ਇਸ ਤੋਂ ਬਾਅਦ ਸਿਲੇਬਸ। ਸਭ ਤੋਂ ਪਹਿਲਾਂ ਸਿਲੇਬਸ ਪ੍ਰੀਲਿਮਸ ਦਾ, ਠੀਕ ਹੈ। ਪ੍ਰੀਲਿਮਸ ਦੇ ਸਿਲੇਬਸ ਦੇ ਵਿੱਚ ਤੁਸੀਂ ਦੇਖੋ ਐਵਰੀਡੇ ਸਾਇੰਸ, ਇਹ ਸਾਇੰਸ ਦੇ ਕੁਝ ਟੌਪਿਕਸ ਨੇ, ਠੀਕ ਹੈ। ਸਟੇਟਸ ਆਫ ਮੈਟਰ, ਠੀਕ ਹੈ, ਇਦਾਂ ਐਸਿਡ ਬੇਸਿਸ, ਮੈਟਲ ਕਰੋਜ਼ਨ, ਐਕਸ਼ਨ ਆਫ ਸੋਪਸ, ਹੈ ਨਾ, ਲਾਈਫ ਔਨ ਅਰਥ, ਪਬਲਿਕ ਹੈਲਥ ਇਨੀਸ਼ੀਏਟਿਵ। ਇਹ ਚੈਪਟਰ ਐਜ਼ ਸੱਚ ਡਿਫਰੈਂਟ NCERTs, ਆਪਾਂ ਜੇ ਕਲਾਸ 6 ਤੋਂ ਲੈ ਕੇ 10 ਤੱਕ ਦੇ NCERTs ਦੇਖਦੇ ਹਾਂ, ਉਹਦੇ ਵਿੱਚ ਇੱਕ ਡਾਇਰੈਕਟ ਚੈਪਟਰ ਇਦਾਂ ਹੀ ਦਿੱਤੇ ਹੋਏ ਨੇ, ਠੀਕ ਹੈ। ਪਲੱਸ ਕੁਛ ਸਿਲੈਕਟਿਵ ਚੈਪਟਰਸ ਆਫ 11th and 12th ਕਲਾਸ ਜੋ ਜਿਹੜੀ NCERTs ਨੇ, ਠੀਕ ਹੈ, ਉਹਦੇ ਵਿੱਚ ਚੈਪਟਰ ਇਦਾਂ ਹੀ ਦਿੱਤੇ ਹੋਏ ਨੇ, ਠੀਕ ਹੈ। ਤਾਂ ਸਾਇੰਸ ਜੋ ਹੈ, ਸਾਇੰਸ ਬਹੁਤ ਇੰਪੋਰਟੈਂਟ, ਵੀ ਕੈਨ ਸੇ ਕਿ ਜਿਵੇਂ ਆਪਾਂ ਇਕੋਨਮੀ ਐਂਡ ਪੋਲਿਟੀ ਨੂੰ ਦੇਖਦੇ ਹਾਂ UPSC ਦੇ ਵਿੱਚ, ਠੀਕ ਹੈ, ਤਾਂ ਪੋਲਿਟੀ ਨੂੰ ਦੇਖਦੇ ਹਾਂ PCS ਦੇ ਵਿੱਚ, ਤਾਂ ਉਹਦੇ ਬਰਾਬਰ ਜੇ ਕੋਈ ਸਬਜੈਕਟ ਆਉਂਦਾ ਦੈਟ ਇਜ਼ ਸਾਇੰਸ। ਕਿਉਂਕਿ ਪ੍ਰੀਲਿਮਸ ਦੇ ਵਿੱਚ ਆਲਮੋਸਟ 15 ਤੋਂ 20 ਕੁਐਸਚਨ ਸਾਇੰਸ ਦੇ ਹੁੰਦੇ ਨੇ, ਉਹਦੇ ਵਿੱਚੋਂ 8 ਤੋਂ 9 ਬੇਸਿਕ ਕੁਐਸਚਨ ਹੁੰਦੇ ਨੇ, ਠੀਕ ਹੈ, ਬੇਸਿਕ ਸਾਇੰਸ ਦੇ, ਐਂਡ 10 ਤੋਂ 11 ਕੁਐਸਚਨ ਹੁੰਦੇ ਨੇ ਕਰੰਟ ਅਫੇਅਰਸ ਦੇ, ਡਿਫਰੈਂਟ ਮਿਜ਼ਾਈਲਸ, ਡਿਫਰੈਂਟ ਜੋ ਰੀਸੈਂਟ ਐਡਵਾਂਸਮੈਂਟ ਇਨ ਟੈਕਨੋਲੋਜੀਜ਼, COVID-19 ਚ ਕਿਹੜੀਆਂ ਵੈਕਸੀਨਸ ਆਈਆਂ ਸੀ ਜਾਂ ਕੁਝ ਵੀ ਇਦਾਂ ਦਾ, ਹੈ ਨਾ। ਤਾਂ ਸਾਇੰਸ ਐਂਡ ਟੈਕ PCS ਦਾ ਹਮੇਸ਼ਾ ਹੌਟ ਟੌਪਿਕ ਰਿਹਾ। ਮੇਨਸ ਦੇ ਵਿੱਚ ਇੱਕ ਟਿਪੀਕਲੀ ਹੈਡਿੰਗ ਹੈ, ਨਾਟ ਅ ਸਬ ਹੈਡਿੰਗ, GS3 ਸਬ ਹੈਡਿੰਗ ਹੁੰਦਾ UPSC ਚ ਕਿ ਸਾਇੰਸ ਐਂਡ ਟੈਕ ਆਊਗਾ, ਬਟ PCS ਦੇ ਵਿੱਚ GS4 ਇਜ਼ ਆਲ ਅਬਾਊਟ ਸਾਇੰਸ ਐਂਡ ਟੈਕ ਐਂਡ ਯੂਰ ਡਿਸੀਜਨ ਮੇਕਿੰਗ। ਸਾਇੰਸ ਐਂਡ ਟੈਕ ਬਹੁਤ ਜ਼ਿਆਦਾ ਇੰਪੋਰਟੈਂਟ ਪਲੇ ਕਰਦਾ ਰੋਲ ਤੁਹਾਡੀ PCS ਦੀ ਸਿਲੈਕਸ਼ਨ ਵਿੱਚ, ਲੈਟ ਇਟ ਬੀ ਇਨ ਪ੍ਰੀਲਿਮ ਆਲਸੋ, ਲੈਟ ਇਟ ਬੀ ਇਨ ਮੇਨਸ ਆਲਸੋ, ਠੀਕ ਹੈ। ਪ੍ਰੀ ਤੇ ਮੇਨਸ ਦੋਨਾਂ ਵਿੱਚ ਹੀ ਬਹੁਤ ਰੋਲ ਇੰਪੋਰਟੈਂਟ ਪਲੇ ਕਰਦਾ। ਜਿਹੜੇ ਬੇਸਿਕ ਕੋਰ ਸਬਜੈਕਟ ਨੇ ਪੋਲਿਟੀ, ਇਕੋਨਮੀ, এনवायरमेंट, ਠੀਕ ਹੈ, ਉਹ ਉਵੇਂ ਹੀ ਰਹਿੰਦੇ ਨੇ, ਠੀਕ ਹੈ, ਬਟ ਸਾਇੰਸ ਐਂਡ ਟੈਕ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ। ਤੇ ਇਹਦੇ ਵਿੱਚ ਕੁਐਸਚਨ ਜੋ ਆਰਕਮੀਡੀਜ਼ ਪ੍ਰਿੰਸੀਪਲ ਲਿਖਿਆ ਐਜ਼ ਸੱਚ ਡਾਇਰੈਕਟ ਲਿਖਿਆ ਹੋਇਆ, ਠੀਕ ਹੈ। ਹੋਰ ਜੋ ਫਿਜ਼ਿਕਸ ਦੇ ਪ੍ਰਿੰਸੀਪਲਸ ਨੇ ਉਹਨਾਂ ਦੀ ਐਪਲੀਕੇਸ਼ਨਸ ਅੱਜ ਵੀ ਪੇਪਰ 'ਚ ਉਵੇਂ ਹੀ ਆਉਂਦੀਆਂ ਨੇ, ਠੀਕ ਹੈ। ਵੀ ਇਸ ਜੋ ਬ੍ਰੇਕਿੰਗ, ਜੋ ਗੱਡੀ ਦੀ ਬ੍ਰੇਕ ਹੁੰਦੀ, ਕਾਰ ਦੀ ਬ੍ਰੇਕ ਹੁੰਦੀ ਹੈ, ਕੌਣ ਕਿਹੜੇ ਲਾਅ ਦੇ ਉੱਤੇ ਵਰਕ ਕਰਦੀ ਹੈ, ਇਹੋ ਜਿਹੇ ਕੁਐਸਚਨ ਡਾਇਰੈਕਟਲੀ ਆਉਂਦੇ ਨੇ PCS ਦੇ ਵਿੱਚ, ਠੀਕ ਹੈ। ਦੈਨ ਕਮ ਯੂਰ এনवायरमेंटल ਸਟੱਡੀਜ਼, ਠੀਕ ਹੈ। এনवायरमेंटल ਸਟੱਡੀਜ਼, ਐਟਮੋਸਫੇਅਰ ਸਰਕੂਲੇਸ਼ਨ, ਕੰਪੋਜੀਸ਼ਨ ਐਂਡ ਸਟਰਕਚਰ ਆਫ ਐਟਮੋਸਫੇਅਰ, ਠੀਕ ਹੈ, ਜੋ ਜੀਓਗ੍ਰਾਫੀ ਦਾ ਵੀ ਥੋੜਾ ਜਿਹਾ ਪਾਰਟ ਹੈ, ਠੀਕ ਹੈ। ਐਟਮੋਸਫੇਅਰ ਤੇ ਕਲਾਈਮੇਟ ਚੇਂਜ, ਵਾਟਰ, ਠੀਕ ਹੈ, ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਐਂਡ ਜੋ ਕਲਾਈਮੇਟ ਚੇਂਜ ਹੈ, ਇਹਦੇ ਤੇ ਰੀਸੈਂਟ ਜੋ ਇਨੀਸ਼ੀਏਟਿਵਸ ਨੇ ਜਾਂ ਕਰੰਟ ਅਫੇਅਰਸ ਨੇ, ਕੁਝ ਕਿਸੇ ਸਪੀਸੀਜ਼ ਤੇ ਕਰੰਟ ਅਫੇਅਰ ਹੈ, ਜਾਂ এনवायरमेंटल ਕੁਝ ਕਲਾਈਮੇਟ ਚੇਂਜ ਤੇ ਕੁਝ ਇਨੀਸ਼ੀਏਟਿਵ ਹੈ, ਠੀਕ ਹੈ। এনवायरमेंट ਵਿੱਚ ਵੀ ਬੇਸਿਕ ਕੁਐਸਚਨ ਵੀ ਆਉਂਦੇ ਨੇ, ਬਟ ਜ਼ਿਆਦਾ ਕੁਐਸਚਨ ਜਿਹੜੇ ਆਉਂਦੇ ਨੇ ਉਹ ਆਉਂਦੇ ਨੇ, ਆਪਾਂ ਕਹਿ ਸਕਦੇ ਹਾਂ ਕਰੰਟ ਓਰੀਐਂਟਡ, ਜਿਹਦੇ ਵਿੱਚ ਕੀ ਹੁੰਦਾ ਕੁਝ ਇਨੀਸ਼ੀਏਟਿਵ ਇਹੋ ਜਿਹੇ ਨੇ, ਉਹ ਇਨੀਸ਼ੀਏਟਿਵਸ ਆਉਂਦੇ ਨੇ, ਠੀਕ ਹੈ। ਐਂਡ ਇਹਦੀ ਲੈਵਰੇਜ ਹੈ ਥੋੜੀ ਜੀ ਕਿ ਇਹ ਸਿਵਲ ਸਰਵਿਸਿਜ਼ ਵਾਲੇ ਪੇਪਰ ਕਰੰਟ ਅਫੇਅਰ ਹੀ ਆਉਂਦੇ ਨੇ, ਚਾਹੇ ਆਪਾਂ ਉਹਨੂੰ ਅਲਾਈਡ ਪੇਪਰ ਵਿੱਚ ਦੇਖ ਲਈਏ, ਕੋਆਪਰੇਟਿਵ ਨੈਬ 'ਚ ਵੀ ਦੇਖੀਏ, ਤਾਂ ਉਹਨਾਂ ਵਿੱਚ ਵੀ ਇਹ ਕੁਐਸਚਨ ਜਿਹੜੇ ਨੇ এনवायरमेंट ਵਾਲੇ ਥੋੜੇ ਜਿਹੇ UPSC ਲੈਵਲ ਦੇ ਹੀ ਆਉਂਦੇ ਨੇ, ਕਿ ਇਨੀਸ਼ੀਏਟਿਵ ਜਿਹੜੇ IUCN ਲੈਵਲ ਦੇ, ਬਾਇਓਡਾਇਵਰਸਿਟੀ ਲੈਵਲ ਦੇ, ਵਰਲਡ ਲੈਵਲ ਦੇ ਕੁਐਸਚਨ ਉਹ ਆਉਂਦੇ ਨੇ ਇਹਦੇ ਵਿੱਚ, ਠੀਕ ਹੈ। ਦੈਨ ਕਮਸ ਯੂਰ ਪੋਲੀਟੀਕਲ ਥਿਊਰੀ ਐਂਡ ਇੰਟਰਨੈਸ਼ਨਲ ਆਰਡਰ। ਪੋਲੀਟੀਕਲ ਥਿਊਰੀ ਐਜ਼ ਸੱਚ ਇੱਕ ਟੌਪਿਕ ਨਾ ਕੋਈ ਇਦਾਂ ਦੀ ਬੁੱਕ ਬਣੀ ਜਿਹੜੀ ਉਹਨੂੰ ਪ੍ਰੋਪਰਲੀ ਡਿਫਾਈਨ ਕਰਦੇ ਸਿਲੇਬਸ ਨੂੰ। ਪੋਲੀਟੀਕਲ ਥਿਊਰੀ ਇੱਕ ਬਹੁਤ ਲੰਬਾ ਟੌਪਿਕ ਹੈ, ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਡਿਫਰੈਂਟ ਜਿਹੜੇ ਪੋਲੀਟੀਕਲ ਐਕਸਪਰਟ ਹੋਏ ਨੇ, ਠੀਕ ਹੈ, ਰਾਈਟ ਫਰੋਮ ਯੂਰ ਮਾਡਰਨ ਹਿਸਟਰੀ, ਠੀਕ ਹੈ, ਉਦੋਂ ਤੋਂ ਲੈ ਕੇ, ਠੀਕ ਹੈ, ਉਹਨਾਂ ਨੇ ਵੀ ਕਿਸੇ ਨੇ ਕਨਸਟੀਟਿਊਸ਼ਨ ਤੇ ਕੀ ਕਮੈਂਟ ਕੀਤਾ, ਠੀਕ ਹੈ, ਕਿਸੇ ਨੇ ਇਕੁਐਲਿਟੀ ਤੇ ਕੀ ਕਮੈਂਟ ਕੀਤਾ, ਕਿਸੇ ਨੇ ਜਸਟਿਸ ਤੇ ਕੀ ਕਮੈਂਟ ਕੀਤਾ, ਠੀਕ ਹੈ। ਰੋਸ਼ੂ ਜਿਵੇਂ ਸੀ, ਇਦਾਂ ਦੇ ਜਿਵੇਂ ਹੋਰ ਪੋਲੀਟੀਕਲ ਐਕਸਪਰਟ ਨੇ, ਉਹਨਾਂ ਦੀ ਡਿਫਰੈਂਟ ਥਿੰਗਸ ਤੇ ਉਹਨਾਂ ਦੇ ਕੁਐਸਚਨ ਆਉਂਦੇ ਨੇ, ਉਹਨਾਂ ਨੇ ਕੀ ਥਿਊਰੀਜ਼ ਦਿੱਤੀਆਂ ਸੀ, ਠੀਕ ਹੈ। ਇਹ ਪੋਲੀਟੀਕਲ ਥਿਊਰੀ ਇਹ ਕਿਤੇ ਨਹੀਂ ਆਉਂਦਾ, ਸਿਰਫ PCS 'ਚ ਹੀ ਆਉਂਦਾ, ਇਹ ਅਲਾਈਡ ਐਗਜ਼ਾਮ 'ਚ ਨਹੀਂ ਆਉਂਦਾ, ਸਿਰਫ PCS ਦੇ ਪ੍ਰੀ 'ਚ ਹੀ ਆਉਂਦਾ, ਠੀਕ ਹੈ। ਮੇਨਸ 'ਚ ਵੀ ਨਹੀਂ ਇਹਦਾ ਕੁਛ ਹੁੰਦਾ, ਮੇਨਸ ਤਾਂ ਫਿਰ ਤੁਹਾਡਾ ਪੋਲਿਟੀ ਐਂਡ ਕਨਸਟੀਟਿਊਸ਼ਨ ਤਾਂ ਹੁੰਦਾ ਹੀ ਹੈ, ਠੀਕ ਹੈ। ਦੈਨ ਕਮ ਯੂਰ ਯੂਨਾਈਟਿਡ ਨੇਸ਼ਨ ਐਂਡ ਇਟਸ ਆਰਗਨ, ਠੀਕ ਹੈ, WTO, EU, G20, BRICS, ਬਹੁਤ ਹੀ ਹੌਟ ਟੌਪਿਕ ਹੈ ਇਹ ਵੀ। PCS ਦਾ ਸਭ ਤੋਂ ਵਧੀਆ ਵਾਲਾ ਜਿਹੜਾ ਆਪਾਂ ਕਹੀਏ ਕਿ ਕੁਐਸਚਨ ਦਾ ਜਿੱਥੋਂ ਇਹਨਾਂ ਨੇ ਪਾਉਣਾ ਹੀ ਪਾਉਣਾ, ਉਹਨੂੰ 3 ਤੋਂ 4 ਕੁਐਸਚਨ ਹਮੇਸ਼ਾ ਆਰਗੇਨਾਈਜੇਸ਼ਨ ਤੋਂ ਮਿਲ ਜਾਣਗੇ। ਇੱਕ ਅੱਧਾ ਕੁਐਸਚਨ ਬੇਸਿਕ ਹੋਊਗਾ, ਉਹਦੇ ਨਾਲ ਇੱਕ ਇਹੋ ਜਿਹੀ ਸਟੇਟਮੈਂਟ ਹੋਊਗੀ ਕਿ ਇਹਦਾ ਹੈੱਡਕੁਆਟਰ ਉੱਥੇ ਹੈ, ਠੀਕ ਹੈ, ਤੁਹਾਨੂੰ ਉੱਥੋਂ ਆਨਸਰ ਮਿਲ ਜਾਂਦਾ। ਕਈ ਵਾਰ ਉਹ ਹੈੱਡਕੁਆਟਰ ਹੀ ਤੁਹਾਨੂੰ ਪਤਾ ਹੁੰਦਾ ਵੀ ਇਹ ਤਾਂ ਇੱਥੇ ਹੈ ਹੀ ਨਹੀਂਗਾ, ਠੀਕ ਹੈ, ਤੁਸੀਂ ਉੱਥੋਂ ਆਨਸਰ ਲੈ ਲੈਂਦੇ ਹੋ। ਤੇ 2-3 ਕੁਐਸਚਨ ਇਹੋ ਜਿਹੇ ਹੁੰਦੇ ਨੇ ਜੋ ਡਿਫਰੈਂਟ ਇਹੋ ਜਿਹੀ ਬੋਡੀਜ਼ ਦੇ ਰੀਸੈਂਟ ਇਨੀਸ਼ੀਏਟਿਵ, ਵੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਇਲੈਕਸ਼ਨ ਹੋਈ ਸੀ ਪਿੱਛੇ ਜੇ, ਇੰਡੀਆ ਵਾਜ਼ ਇਲੈਕਟਡ ਔਰ ਨਾਟ, ਇੰਡੀਆ ਦਾ ਨਾਨ ਪਰਮਾਨੈਂਟ ਮੈਂਬਰ, ਇੰਡੀਆ ਪਹਿਲੀ ਵਾਰੀ ਮੈਂਬਰ ਬਣਿਆ ਕਿ ਨਹੀਂ ਬਣਿਆ। ਸੋ ਇਦਾਂ ਦੇ ਜਿਹੜੇ ਟੌਪਿਕਸ ਨੇ ਰਿਲੇਟਡ ਟੂ ਕਰੰਟ, ਇਹ ਆਉਂਦੇ ਨੇ, ਠੀਕ ਹੈ। ਬੋਡੀਜ਼ ਦਾ ਕੁਐਸਚਨ ਤੁਹਾਡੇ ਨਾਇਬ ਤਹਿਸੀਲਦਾਰ ਵਿੱਚ, ਕੋਆਪਰੇਟਿਵ ਇੰਸਪੈਕਟਰ ਦੇ ਪੇਪਰ ਵਿੱਚ ਦੇਖੋ, ਉੱਥੇ ਵੀ UN ਬੋਡੀਜ਼ ਦੇ ਕੁਐਸਚਨ ਹੈਗੇ ਨੇ। ਇੰਟਰਨੈਸ਼ਨਲ ਬੋਡੀਜ਼ G7 ਹੈ, OECD ਹੈ, ਠੀਕ ਹੈ, ਇਹੋ ਜਿਹੀਆਂ ਜਿਹੜੀਆਂ ਬੋਡੀਜ਼ ਨੇ ਉਹਨਾਂ ਦੇ FATF ਹੈ, ਆਉਂਦੇ ਰਹਿੰਦੇ ਨੇ ਇਹ ਕੁਐਸਚਨ, ਠੀਕ ਹੈ।
देन इंडियन पॉलिटी, ठीक है, बेसिक फीचर, प्रोविजन, शेड्यूल ऑफ द इंडियन कॉन्स्टिट्यूशन, ठीक है। इंडियन कॉन्स्टिट्यूशन तो क्वेश्चन ਤਾਂ ਨਿਕਲਣੇ 10 ਤੋਂ 12 क्वेश्चन ਜਿਹੜੇ ਹੁੰਦੇ ਨੇ ਇੰਡੀਅਨ ਕਨਸਟੀਟਿਊਸ਼ਨ ਤੋਂ ਡਾਇਰੈਕਟਲੀ ਆਉਂਦੇ ਨੇ। ਲੈਟ ਇਟ ਬੀ ਔਨ ਅਮੈਂਡਮੈਂਟਸ, ਠੀਕ ਹੈ। ਤਾਂ ਪ੍ਰੈਜ਼ੀਡੈਂਟ, ਗਵਰਨਰ, ਸੀਐਮ, ਪੀਐਮ ਐਂਡ ਯੋਰ ਪਾਰਲੀਮੈਂਟ ਐਂਡ ਯੋਰ ਸਟੇਟ ਲੈਜਿਸਲੇਚਰ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਨੇ, ਇਹਨਾਂ ਚੋਂ ਹੀ 8 ਤੋਂ 10 क्वेश्चन ਨਿਕਲ ਜਾਂਦੇ ਆ। ਦੈਨ ਕਮਸ ਯੋਰ ਦਿਸ ਪਾਰਟ, ਪੰਚਾਇਤੀ ਰਾਜ ਇਲੈਕਸ਼ਨ, ਆਰਪੀਏ ਐਕਟ, ਠੀਕ ਹੈ, ਐਂਡ ਇਲੈਕਟੋਰਲ ਰਿਫਾਰਮਸ। ਇਦਾਂ ਆਰਪੀਏ ਐਕਟ 1950 51 ਦੋਨਾਂ ਤੋਂ क्वेश्चन ਆਉਂਦੇ ਹੀ ਰਹਿੰਦੇ ਨੇ, ਠੀਕ ਹੈ, ਹਰ ਪੇਪਰ ਵਿੱਚ, ਪੀਸੀਐਸ ਵਿੱਚ ਵੀ ਐਂਡ ਅਲਾਈਡ ਵਿੱਚ ਵੀ। ਹਿਸਟਰੀ ਆਫ ਇੰਡੀਆ, ਇੰਡਸ ਵੈਲੀ ਸਿਵਲਾਈਜੇਸ਼ਨ ਚੋਂ ਹਰ ਸਾਲ 2 क्वेश्चन ਆਉਂਦੇ ਹੀ ਆਉਂਦੇ ਨੇ। ਬੁੱਧਿਜ਼ਮ ਜੈਨਿਜ਼ਮ ਤੋਂ ਕਦੇ ਬੁੱਧਿਜ਼ਮ ਤੋਂ 2 क्वेश्चन ਆ ਗਏ, ਕਦੇ ਜੈਨਿਜ਼ਮ ਤੋਂ ਆ ਗਏ, ਹਮੇਸ਼ਾ क्वेश्चन ਆਉਣੇ ਹੀ ਆਉਣੇ। ਪੀਪੀਐਸਸੀ ਪੀਸੀਐਸ ਵਿੱਚ ਵੀ, ਅਲਾਈਡ ਐਗਜ਼ਾਮ ਵਿੱਚ ਵੀ ਹਮੇਸ਼ਾ ਹੀ ਆਉਣੇ ਆ। ਹੜੱਪਾ, ਇੰਡੀਅਨ ਵੈਲੀ ਸਿਵਲਾਈਜੇਸ਼ਨ, ਠੀਕ ਹੈ, ਇੰਡਸ ਵੈਲੀ ਸਿਵਲਾਈਜੇਸ਼ਨ, ਠੀਕ ਹੈ। ਕੱਲ ਨੂੰ ਇਹ क्वेश्चन ਪੁੱਛ ਸਕਦੇ ਰੋਪੜ ਵਿੱਚ ਡੌਗ ਬਰੀਅਲ ਸੀ ਨਾ, ਇਦਾਂ ਦੇ क्वेश्चन ਰੈਲੇਵੈਂਟ ਟੂ ਪੰਜਾਬ। ਇਹਦੇ ਵਿੱਚ ਇੱਕ ਹੋਰ ਚੀਜ਼ ਹੈ, ਜਿਹੜੇ ਵੀ क्वेश्चन ਪੁੱਛੇ ਜਾਂਦੇ ਨੇ ਉਹਨਾਂ ਦਾ ਮੈਟ੍ਰਿਕਸ ਵੀ ਆਪਾਂ ਪੜਾਂਗੇ ਅੱਗੇ ਜਾ ਕੇ। ਮੋਸਟਲੀ क्वेश्चन ਇਹੋ ਜਿਹੇ ਹੁੰਦੇ ਨੇ ਏਂਸ਼ੀਅੰਟ ਵਿੱਚ ਵੀ, ਮਿਡੀਵਲ ਵਿੱਚ ਵੀ ਐਂਡ ਮਾਡਰਨ ਹਿਸਟਰੀ ਵਿੱਚ ਵੀ ਉਹਨਾਂ ਵਿੱਚੋਂ 2 ਤੋਂ 3 क्वेश्चन ਇਹੋ ਜਿਹੇ ਹੁੰਦੇ ਨੇ ਏਂਸ਼ੀਅੰਟ, ਮਿਡੀਵਲ ਐਂਡ ਆਰਟ ਐਂਡ ਕਲਚਰ ਚੋਂ, ਜਿਨ੍ਹਾਂ ਦੀ ਰੈਲੇਵੈਂਸ ਪੰਜਾਬ ਨਾਲ ਹੁੰਦੀ ਹੈ, ਠੀਕ ਹੈ। ਮਾਡਰਨ ਹਿਸਟਰੀ ਵਿੱਚ ਵੀ ਜਿਹੜੇ 10-11 क्वेश्चन ਆਉਂਦੇ ਨੇ, ਪੀਸੀਐਸ ਵਿੱਚ ਵੀ, ਅਲਾਈਡ ਵਿੱਚ ਵੀ, ਉਹਦੇ ਵਿੱਚ ਕੀ ਹੈ 10-11 क्वेश्चन ਜਿਹੜੇ ਆਉਂਦੇ ਨੇ 3-4 ਡਾਇਰੈਕਟਲੀ ਪੰਜਾਬ ਨਾਲ ਰੈਲੇਵੈਂਟ ਹੁੰਦੀ ਹੈ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਸ਼ਹੀਦ ਭਗਤ ਸਿੰਘ ਤੇ क्वेश्चन ਆ ਗਿਆ, ਲਾਲਾ ਲਾਜਪਤ ਰਾਏ ਤੇ ਆ ਗਿਆ, ਉਹਨਾਂ ਦੇ ਕਿਸੇ ਨਿਊਜ਼ਪੇਪਰ ਤੇ क्वेश्चन ਆ ਗਿਆ, ਠੀਕ ਹੈ। ਪੰਜਾਬ ਦੇ ਵਿੱਚ ਜਲਿਆਂਵਾਲਾ ਬਾਗ ਤੇ ਆ ਗਿਆ, ਠੀਕ ਹੈ। ਏਦਾਂ ਦੇ ਟੌਪਿਕਸ ਨੇ। ਮਹਾਰਾਜਾ ਰਣਜੀਤ ਸਿੰਘ ਤੇ ਆ ਗਿਆ, ਉਹਨਾਂ ਦੇ ਕਿੰਗਡਮ ਕਿਵੇਂ ਬਣੇ, ਮਿਸਲਸ ਕਿਵੇਂ ਆਰਗੇਨਾਈਜ਼ ਹੋਈਆਂ, ਉਸ ਤੋਂ ਬਾਅਦ ਅਨੈਕਸੇਸ਼ਨ ਆਫ ਪੰਜਾਬ ਜੋ ਹੈ, ਠੀਕ ਹੈ। ਉਦਾਂ ਦੇ क्वेश्चन ਜਿਨ੍ਹਾਂ ਦੀ ਰੈਲੇਵੈਂਸ ਮਾਡਰਨ ਹਿਸਟਰੀ ਪਲੱਸ ਯੂਅਰ ਮਿਡੀਵਲ ਹਿਸਟਰੀ ਐਂਡ ਆਰਟ ਐਂਡ ਕਲਚਰ, ਜਿਹਨਾਂ ਰੈਲੇਵੈਂਸ ਪੰਜਾਬ ਨਾਲ ਹੈ, ਹਮੇਸ਼ਾ क्वेश्चन ਆਉਂਦੇ ਨੇ, ਠੀਕ ਹੈ। ਵਰਡ ਹਿਸਟਰੀ, यूपीएससी ਦੇ ਵਿੱਚ ਵਰਡ ਹਿਸਟਰੀ ਸਿਰਫ ਤੇ ਸਿਰਫ ਤੁਹਾਡੇ ਮੇਨਸ ਵਿੱਚ ਆਉਂਦੀ ਹੈ। ਇਟ ਡਸਨਟ ਕਮ ਇਨ ਪ੍ਰੀਲਿਮਸ, ਬਟ ਪੀਸੀਐਸ ਦੇ ਵਿੱਚ, ਠੀਕ ਹੈ, ਵਰਡ ਹਿਸਟਰੀ ਦੇ क्वेश्चन ਐਮਸੀਕਿਊ ਬੇਸ क्वेश्चन ਪੀਸੀਐਸ ਦੇ ਵਿੱਚ, ਪ੍ਰੀਲਿਮਸ ਵਿੱਚ ਵੀ ਆਉਂਦੇ ਨੇ, ਠੀਕ ਹੈ। ਮੇਨਸ ਦਾ ਤਾਂ ਪਾਰਟ ਹੈ ਹੀ ਹੈ, ਠੀਕ ਹੈ। 2018-15 ਵਿੱਚ ਕਿੰਨੇ क्वेश्चन ਆਏ ਸੀ, 21 ਵਿੱਚ ਕਿੰਨੇ ਆਏ ਸੀ, ਉਹ ਮੈਟ੍ਰਿਕਸ ਆਪਾਂ ਦੇਖਦੇ ਹਾਂ ਬਾਅਦ ਚੋਂ, ਠੀਕ ਹੈ। ਲੇਕਿਨ ਇੱਥੇ ਇੱਕ ਇਹ ਕਹਿਣਾ ਜ਼ਰੂਰੀ ਹੈ ਕਿ ਇਹ ਪੇਪਰ ਤੁਹਾਡਾ ਪ੍ਰੀਲਿਮਸ ਦਾ ਵੀ ਪਾਰਟ ਬਣਦਾ ਕਿ ਵਰਲਡ ਵਾਰ 1, ਵਰਲਡ ਵਾਰ 2, फ्रेंच रेवोल्यूशन, अमेरिकन रेवोल्यूशन, ठीक है, एंड इंडस्ट्रियल रेवोल्यूशन ऑफ जो ग्रेट ब्रिटेन थी, ठीक है। ਉਹਦੇ ਵਿੱਚ ਕੀ ਹੈ ਕਿ ਡਿਫਰੈਂਟ ਜੋ ਫੈਕਟਸ ਨੇ, ਠੀਕ ਹੈ, ਫੈਕਟਸ ਦੇ ਉੱਤੇ क्वेश्चन ਹਜੇ ਵੀ ਪੁੱਛਦੇ ਨੇ, ਠੀਕ ਹੈ। ਆਪਾਂ ਉਹਨਾਂ ਨੂੰ ਕਰਦੇ ਹਾਂ ਸਬਜੈਕਟਿਵ ਨੌਲੇਜ ਲਈ, ਕੱਲ ਨੂੰ ਆਨਸਰ ਲਿਖਣ ਲਈ, ਬਟ ਉਹਨਾਂ ਦੇ ਫੈਕਟ ਪੁੱਛੇ ਜਾਂਦੇ ਨੇ, ਬਟ ਓਨਲੀ ਇਨ ਪੀਸੀਐਸ ਪ੍ਰੀਲਿਮਸ, ਠੀਕ ਹੈ। ਇੱਕ ਵਰਡ ਹਿਸਟਰੀ ਦਾ क्वेश्चन ਕੋਆਪਰੇਟਿਵ ਇੰਸਪੈਕਟਰ ਦੇ ਪੇਪਰ ਵਿੱਚ ਵੀ ਆਇਆ ਹੋਇਆ, 1 ਜਾਂ 2 क्वेश्चन ਉਹਦੇ ਵਿੱਚ ਵੀ ਆਏ ਹੋਏ ਨੇ, ਠੀਕ ਹੈ। ਇੰਡੀਅਨ ਇਕਨੋਮੀ right from we can say after independence जो हमारी जो ਸਾਡੀ ਇਕਨੋਮਿਕ ਪਲੈਨਿੰਗ ਸੀਗੀ, ਠੀਕ ਹੈ, 5 year ਪਲਾਨ ਸੀਗੇ, ਠੀਕ ਹੈ, ਇੰਡਸਟਰੀਅਲਾਈਜੇਸ਼ਨ ਸੀਗੀ, ਠੀਕ ਹੈ। ਐਂਡ ਉਹਦੇ ਵਿੱਚ ਅੱਗੇ ਜਾ ਕੇ ਪਰਫਾਰਮੈਂਸ ਆਫ ਇੰਡੀਅਨ ਇਕਨੋਮੀ, ਐਲਪੀਜੀ ਰਿਫਾਰਮਸ ਆਏ, ਠੀਕ ਹੈ। ਇਹ क्वेश्चंस ਆਉਂਦੇ ਨੇ, ਠੀਕ ਹੈ। ਬਟ ਇਕਨੋਮੀ ਦੇ ਵਿੱਚ ਜਿੰਨੇ ਵੀ क्वेश्चन ਆਉਂਦੇ ਨੇ, ਠੀਕ ਹੈ, ਮੋਰ ਔਰ ਲੈਸ ਉਹਨਾਂ ਦੀ ਲੈਵਰੇਜ ਕਰੰਟ ਅਫੇਅਰ ਓਰੀਐਂਟਡ ਹੀ ਹੁੰਦੀ ਹੈ, ਠੀਕ ਹੈ। ਬੇਸਿਕਸ ਵੀ ਆਉਂਦੇ ਨੇ क्वेश्चन, ਬੇਸਿਕ ਵੀ ਆਉਂਦੇ ਨੇ, ਬਟ ਜਿਵੇਂ ਆਰਬੀਆਈ ਦੇ क्वेश्चन ਆਇਆ, ਮੋਨਿਟਰੀ ਪਾਲਿਸੀ ਤੇ क्वेश्चन ਆਇਆ। ਮੋਨਿਟਰੀ ਪਾਲਿਸੀ ਤੁਹਾਡਾ ਇੱਕ ਕਹਿ ਸਕਦੇ ਹਾਂ ਕਿ ਇੱਕ ਪੇਪਰ, ਇੱਕ ਇਹੋ ਜਿਹਾ ਟੌਪਿਕ ਹੈ ਕਿ ਤੁਸੀਂ ਉਹਨੂੰ ਸਬਜੈਕਟਿਵ ਮੰਨ ਸਕਦੇ ਹੋ ਕਿ ਉਹ ਇੱਕ ਸਟੈਟਿਕ ਟੌਪਿਕ ਹੈ, ਬਟ ਉਹਦੇ ਕਰੰਟ ਅਫੇਅਰ ਹਰ 6 ਮਹੀਨੇ ਬਾਅਦ, 4 ਮਹੀਨੇ ਬਾਅਦ ਕੁਛ ਨਾ ਕੁਛ ਆਉਂਦੇ ਰਹਿੰਦੇ ਨੇ, ਠੀਕ ਹੈ। ਸੋ क्वेश्चन ਹੋਊਗਾ ਸਟੈਟਿਕ ਸਿਲੇਬਸ ਚੋਂ, ਬਟ ਉਹਦੀ ਲੈਵਰੇਜ ਹੋਊਗੀ ਕਰੰਟ ਓਰੀਐਂਟਡ, ਕਿ ਉਹ ਨਿਊਜ਼ ਵਿੱਚ ਸੀਗਾ, ਉਹ क्वेश्चन ਪੁੱਛਿਆ ਜਾਊਗਾ, ਠੀਕ ਹੈ। ਡੀਮੋਨੇਟਾਈਜੇਸ਼ਨ, ਠੀਕ ਹੈ, ਆਰਬੀਆਈ ਦੀ ਪਾਵਰਸ ਡਿਸਕਸ ਕੀਤੀਆਂ ਜਾਣਗੀਆਂ, ਕੌਣ ਸੇ ਵੀ ਕਿਹੜੇ ਰੈਗੂਲੇਸ਼ਨ ਐਕਟ ਹੈ ਜਾਂ ਕੌਣ ਸਾ ਬੈਂਕਿੰਗ ਰੈਗੂਲੇਸ਼ਨ ਐਕਟ ਹੈ ਜਾਂ ਕੀ ਹੈ, ਉਹਦੇ ਵਿੱਚ ਉਹਦੀ ਪਾਵਰ ਡਿਸਕਸ ਹੋ ਜਾਣਗੀਆਂ, ਉਹ ਕਰੰਟ ਓਰੀਐਂਟਡ ਹੋ ਜਾਊਗਾ, ਠੀਕ ਹੈ। ਫਿਰ ਆਉਂਦਾ ਤੁਹਾਡਾ ਜੋਗ੍ਰਾਫੀ ਵਿੱਚ ਪੰਜਾਬ ਜੋਗ੍ਰਾਫੀ ਤੋਂ ਬਹੁਤ क्वेश्चन ਆਉਂਦੇ ਨੇ, ਡਾਇਰੈਕਟਲੀ ਆਉਂਦੇ ਨੇ, ਠੀਕ ਹੈ। ਇੰਡੀਅਨ ਜੋਗ੍ਰਾਫੀ ਚੋਂ ਆਉਂਦੇ ਨੇ, ਐਂਡ ਇੰਡੀਅਨ ਜੋਗ੍ਰਾਫੀ ਤੇ ਵਰਲਡ ਜੋਗ੍ਰਾਫੀ ਵਿੱਚ ਜਿਹੜੇ ਮੋਸਟਲੀ क्वेश्चन ਆਉਂਦੇ ਨੇ ਉਹ ਹੁੰਦੇ ਆ ਮੈਪਿੰਗ ਬੇਸ क्वेश्चन, ਠੀਕ ਹੈ। ਰੀਸੈਂਟ क्वेश्चन ਸੀਗਾ ਜਿਵੇਂ ਕੋਆਪਰੇਟਿਵ ਇੰਸਪੈਕਟਰ ਵਿੱਚ ਕਿ ਹੈਵਲੌਕ ਜੋ ਜਿਹੜੇ ਅੰਡੇਮਾਨ ਨਿਕੋਬਾਰ ਦੇ ਆਈਲੈਂਡ ਨੇ, ਠੀਕ ਹੈ, ਉਹਨਾਂ ਨੂੰ ਨਾਰਥ ਤੋਂ ਸਾਊਥ ਲਿਖਣਾ, ਠੀਕ ਹੈ। ਤੇ ਏਦਾਂ ਦੀਆਂ ਮੈਪਿੰਗ ਬੇਸ क्वेश्चन ਹੀ ਇੰਡੀਅਨ ਜੋਗ੍ਰਾਫੀ ਦੇ ਜ਼ਿਆਦਾ ਆਉਂਦੇ ਨੇ, ਠੀਕ ਹੈ। ਤੇ ਵਰਲਡ ਜੋਗ੍ਰਾਫੀ ਚੋਂ ਵੀ ਮੈਪਿੰਗ ਬੇਸ ਆਉਂਦੇ ਨੇ। ਪੰਜਾਬ ਜੋਗ੍ਰਾਫੀ ਵਿੱਚੋਂ ਡਿਫਰੈਂਟ क्वेश्चन ਆਉਂਦੇ ਰਹਿੰਦੇ ਨੇ, ਐਂਡ ਉਹਦੇ ਵਿੱਚ ਵੀ ਪੁੱਛ ਲੈਂਦੇ ਨੇ ਕਿ ਜੇ ਆਪਾਂ ਪਠਾਨਕੋਟ ਤੋਂ ਮੁਕਤਸਰ ਜਾ ਰਹੇ ਹਾਂ ਤੇ ਨਾਰਥ ਤੋਂ ਸਾਊਥ ਵਿੱਚ ਕਿਹੜੇ ਜ਼ਿਲ੍ਹੇ, ਏਦਾਂ ਇਹਨਾਂ ਨੂੰ ਦੇਖੋ ਵੀ ਕਿਹੜੇ ਕਿਹੜੇ ਜ਼ਿਲ੍ਹੇ ਆਉਣਗੇ ਨਾਰਥ ਤੋਂ ਸਾਊਥ, ਇਹਨਾਂ ਨੂੰ ਕ੍ਰੋਨੋਲੋਜੀਕਲੀ ਲਿਖੋ, ਠੀਕ ਹੈ। ਸੋ ਮੈਪਿੰਗ ਬੇਸ क्वेश्चन ਆਉਂਦੇ ਨੇ, ਠੀਕ ਹੈ।
ਮਿਨਰਲਸ ਇੰਡਸਟਰੀਜ਼ ਪਲੈਨਿੰਗ ਐਂਡ ਸਸਟੇਨੇਬਲ ਡਿਵੈਲਪਮੈਂਟ, ਜਿਹੜਾ ਇੰਡੀਅਨ ਜੀਓਗ੍ਰਾਫੀ ਐਨਸੀਈਆਰਟੀ ਦਾ ਪਾਰਟ ਹੈ ਉਹਦੇ ਵਿੱਚੋਂ ਕੁਐਸਚਨਸ ਆਉਂਦੇ ਨੇ, ਠੀਕ ਹੈ। ਇੱਕ ਦੋ ਕੁਐਸਚਨਸ ਇੱਥੋਂ ਵੀ ਆਉਂਦੇ ਨੇ। ਕਰੰਟ ਇਵੈਂਟਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ, ਠੀਕ ਹੈ। ਇਹ ਜਿਹੜਾ ਛੋਟਾ ਜਿਹਾ ਹੈਡਿੰਗ ਹੈ ਇਹ ਬਹੁਤ ਹੀ ਬਰੋਡ ਹੈ, ਇਹ ਤੁਹਾਡੀ ਤਿਆਰੀ ਨੂੰ ਬਹੁਤ ਹੀ ਘੈਂਟ ਵੀ ਕਰ ਸਕਦਾ ਤੇ ਬਹੁਤ ਮਾੜਾ ਵੀ ਕਰ ਸਕਦਾ, ਠੀਕ ਹੈ। ਇਹ ਬਹੁਤ ਛੋਟਾ ਜਿਹਾ ਹੈਡਿੰਗ ਹੈ। ਹਰ ਸਬਜੈਕਟ ਵਿੱਚੋਂ, ਈਵਨ ਆਰਟ ਐਂਡ ਕਲਚਰ ਵਿੱਚੋਂ ਵੀ ਕਈ ਵਾਰ ਕਰੰਟ ਅਫੇਅਰ ਓਰੀਐਂਟਡ ਹੀ ਕੁਐਸਚਨ ਪੁੱਛਿਆ ਜਾਂਦਾ। ਕਈ ਵਾਰੀ ਕਿਸੇ ਜਗ੍ਹਾ ਨੂੰ ਬਣੇ ਨੂੰ ਜਾਂ ਕਿਸੇ ਨੂੰ ਖਰਾਬ ਹੋਏ ਨੂੰ 200-300 ਸਾਲ ਹੋ ਗਏ ਹੁੰਦੇ ਆ, ਠੀਕ ਹੈ। ਮਾਡਰਨ ਹਿਸਟਰੀ ਦੇ ਕਿਸੇ ਲੀਡਰ ਨੂੰ ਉਹਦੀ ਡੈਥ ਐਨਵਰਸਰੀ ਜਾਂ ਬਰਥ ਐਨਵਰਸਰੀ 200 ਸਾਲ ਆ, 150 ਸਾਲ ਹੈ, ਠੀਕ ਹੈ। ਤਾਂ ਉਹ ਨਿਊਜ਼ 'ਚ ਹੋਊਗਾ, ਉਹਦੀ ਪੋਸਟਲ ਸਟੈਂਪ ਗਵਰਨਮੈਂਟ ਨੇ ਲਾਂਚ ਕੀਤੀ ਐਂਡ ਦੈਟ ਵਿਲ ਬੀ ਯੋਰ ਪੇਪਰ ਕੁਐਸਚਨ ਆਫ, ਉਹ ਕਰੰਟ ਅਫੇਅਰ ਦਾ ਕੁਐਸਚਨ ਹੋ ਜਾਊਗਾ, ਲੇਕਿਨ ਆਰਟ ਐਂਡ ਕਲਚਰ ਤੋਂ, ਠੀਕ ਹੈ। ਸੋ ਇਹ ਜਿਹੜਾ ਛੋਟਾ ਜਿਹਾ ਹੈਡਿੰਗ ਹੈ ਇਹ ਬਹੁਤ ਵੱਡਾ ਹੈਡਿੰਗ ਹੈ, ਠੀਕ ਹੈ। ਜ਼ਰੂਰੀ ਨਹੀਂਗਾ ਕਿ ਡਾਇਰੈਕਟ ਕੁਐਸਚਨ ਤੁਹਾਨੂੰ ਕਰੰਟ ਦੇ ਆਉਣਗੇ, 40 ਆ ਜਾਣਗੇ, 50 ਆਣਗੇ, ਇਦਾਂ ਨਹੀਂ ਹੋਊਗਾ। ਕਈ ਵਾਰੀ 10 ਤੋਂ 15 ਡਾਇਰੈਕਟ ਕੁਐਸਚਨ ਕਰੰਟ ਦੇ ਆਉਣਗੇ, ਬਟ ਜਿਹੜਾ ਕੁਐਸਚਨ ਆਰਟ ਐਂਡ ਕਲਚਰ ਦਾ ਨਿਊਜ਼ 'ਚ ਸੀਗਾ, ਠੀਕ ਹੈ, ਉਹ ਕਿਉਂ ਆਪਾਂ ਨੂੰ ਪੇਪਰ 'ਚ ਆਇਆ, ਕਿਉਂਕਿ ਦੈਟ ਵਾਜ਼ ਇਨ ਨਿਊਜ਼, ਉਹ ਕਰੰਟ ਨੈਸ਼ਨਲ ਇੰਪੋਰਟੈਂਸ ਨਿਊਜ਼ ਸੀਗੀ, ਠੀਕ ਹੈ, ਨੈਸ਼ਨਲ ਇੰਪੋਰਟੈਂਟ ਨਿਊਜ਼, ਠੀਕ ਹੈ। ਸੋ ਇਹ ਜਿਹੜਾ ਹੈਡਿੰਗ ਹੈ ਇਹ ਬਹੁਤ ਤੁਹਾਡੀ ਤਿਆਰੀ ਨੂੰ ਦੇਖਦਾ, ਤੁਹਾਡੇ ਪੇਪਰ ਦੀ, ਤੁਹਾਡੀ ਸਿਲੈਕਸ਼ਨ ਨੂੰ। ਇਹ ਜਿਹੜਾ ਸਟੈਪ ਹੈ ਬਹੁਤ ਵੱਡਾ ਹੈ ਤੁਹਾਡੀ ਸਿਲੈਕਸ਼ਨ ਦੇ ਵਿੱਚ, ਠੀਕ ਹੈ। ਫਿਰ ਪੰਜਾਬ ਜੀਓਗ੍ਰਾਫੀ, ਪੀਪਲ, ਸੋਸਾਇਟੀ ਐਂਡ ਕਲਚਰ, ਠੀਕ ਹੈ, ਜੋ ਪੰਜਾਬ ਦਾ ਸੋਸਾਇਟੀ ਕਲਚਰ, ਠੀਕ ਹੈ। ਪੰਜਾਬ ਦੇ ਵਿੱਚ ਮਾਈਗ੍ਰੇਸ਼ਨ ਤੇ ਮੇਨਸ ਵਿੱਚ ਕੁਐਸਚਨ ਆਇਆ ਹੋਇਆ ਹੈ ਕਿ ਕੋਵਿਡ-19 ਦੀ ਪੈਂਡੇਮਿਕ ਤੋਂ ਬਾਅਦ, ਠੀਕ ਹੈ, ਮਾਈਗ੍ਰੇਸ਼ਨ ਬਾਰੇ ਦੱਸੋ ਵਿਦ ਰਿਸਪੈਕਟ ਟੂ ਪੰਜਾਬ, ਜਾਂ ਪੰਜਾਬ ਦਾ ਅਰਬਨ ਰੂਰਲ ਡੈਮੋਗ੍ਰਾਫੀ ਦੱਸੋ, ਠੀਕ ਹੈ। ਜਿਵੇਂ ਪੰਜਾਬ ਦੇ ਵਿੱਚ ਕੀ ਹੈ, ਪੰਜਾਬ ਵਿੱਚੋਂ ਕੀ ਹੈ, ਆਪਾਂ ਸਾਰੇ ਬਾਹਰ ਜਾ ਰਹੇ ਹਾਂ ਐਂਡ ਜਿਹੜੇ ਈਸਟਰਨ ਸਟੇਟਸ ਦੇ ਲੋਕ ਨੇ ਇੱਥੇ ਆ ਕੇ ਕੰਮ ਕਰ ਰਹੇ ਨੇ, ਠੀਕ ਹੈ। ਦੈਟ ਇਜ਼ ਰੂਰਲ ਅਰਬਨ ਡੈਮੋਗ੍ਰਾਫੀ, ਠੀਕ ਹੈ, ਚੇਂਜ ਹੋ ਰਹੀ ਹੈ ਪ੍ਰੋਪਰਲੀ, ਠੀਕ ਹੈ। ਹਿਸਟਰੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਗੁਰੂਆਂ ਦੀ ਹਿਸਟਰੀ, ਉਸ ਤੋਂ ਪਹਿਲਾਂ ਬਾਬਾ ਫਰੀਦ ਜੀ ਦੀ ਹਿਸਟਰੀ, ਭਗਤ ਕਬੀਰ ਜੀ ਦੀ ਹਿਸਟਰੀ, ਠੀਕ ਹੈ। ਉਸ ਤੋਂ ਲੈ ਕੇ ਹਿਸਟਰੀ ਲੈ ਕੇ ਫਿਰ ਬੰਦਾ ਸਿੰਘ ਬਹਾਦਰ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ, ਹਿਸਟਰੀ ਦਾ ਸਾਰਾ ਪਾਰਟ ਹੈ, ਠੀਕ ਹੈ। ਕਿੰਗਡਮ ਕਿਵੇਂ ਬਣਿਆ, ਮਿਸਲਸ ਕਿਵੇਂ ਆਰਗੇਨਾਈਜ਼ ਹੋਈਆਂ, ਉਹਦੇ ਵਿੱਚੋਂ ਕੁਐਸਚਨਸ ਆਉਂਦੇ ਨੇ, ਠੀਕ ਹੈ। ਇਕਨੋਮੀ ਪੰਜਾਬ ਦੀ, ਪੰਜਾਬ ਦੇ ਬਜਟ ਵਿੱਚੋਂ ਹਮੇਸ਼ਾ ਕੁਐਸਚਨ ਆਉਂਦੇ ਨੇ, ਠੀਕ ਹੈ। ਇੱਕ ਜਾਂ ਦੋ ਕੁਐਸਚਨ ਹਮੇਸ਼ਾ ਪੰਜਾਬ ਦੇ ਬਜਟ ਵਿੱਚੋਂ ਜਾਂ ਪੰਜਾਬ ਦੀ ਕਿਸੇ ਸਕੀਮ ਦੇ ਨਾਲ ਓਰੀਐਂਟਡ ਕੁਝ ਇਹੋ ਜਿਹਾ ਫੈਕਟ ਹੁੰਦਾ। ਇੱਕ ਵਾਰੀ ਇਹ ਕੁਐਸਚਨ ਆਇਆ ਸੀ, ਏਡੀਬੀ ਨੇ ਇੱਕ ਲੋਨ ਦਿੱਤਾ ਪੰਜਾਬ, ਇਹਦੇ ਵਿੱਚ ਪੰਜਾਬ ਗਵਰਨਮੈਂਟ ਨੂੰ ਮਿਲਿਆ ਸੀ ਕਿ ਨਹੀਂ ਮਿਲਿਆ ਸੀ ਸੜਕਾਂ ਬਣਾਉਣ ਨੂੰ। ਕੁਝ 4 ਸਟੇਟਸ ਦੇ ਨਾਮ ਮੈਂਸ਼ਨ ਸੀਗੇ ਕਿ ਇਹ 'ਚ ਪੰਜਾਬ ਨੂੰ ਲੋਨ ਮਿਲਿਆ ਸੀ ਕਿ ਨਹੀਂ ਮਿਲਿਆ ਸੀ, ਠੀਕ ਹੈ। ਸੋ ਕੁਐਸਚਨ ਕੀ ਹੋਇਆ, ਕਰੰਟ ਓਰੀਐਂਟਡ ਬਟ ਰਿਲੇਟਡ ਟੂ ਇਕਨੋਮੀ ਆਫ ਪੰਜਾਬ, ਠੀਕ ਹੈ। ਦੈਨ ਕਮ ਹਿਅਰ ਸੀਸੈਟ, ਠੀਕ ਹੈ। ਸੀਸੈਟ 80 ਕੁਐਸਚਨ, 2.5 ਨੰਬਰ ਦੇ, 200 ਨੰਬਰ ਦਾ ਪੇਪਰ, ਠੀਕ ਹੈ। ਹਜੇ ਤੱਕ ਕੀ ਸੀਗਾ, ਤਾਂ ਹਜੇ ਤੱਕ ਵੀ ਇਹੀ ਹੈ ਕਿ ਇਹ ਪੇਪਰ ਦੇ ਨੰਬਰ ਤੁਹਾਡੀ ਮੈਰਿਟ ਦੇ ਵਿੱਚ ਪ੍ਰੋਪਰ ਜੁੜਦੇ ਸੀਗੇ, ਪ੍ਰੀ ਪਲੱਸ GS1 ਪਲੱਸ ਸੀਸੈਟ ਦੇ ਨੰਬਰ, ਐਂਡ 400 ਨੰਬਰ ਤੋਂ ਜਿਹੜਾ ਮੈਰਿਟ ਬਣਦੀ ਸੀ ਉਹ ਸੀਸੈਟ ਦੇ ਨੰਬਰ ਵਿੱਚ ਜੁੜਦੇ ਸੀ। ਤੇ 2018 ਤੱਕ ਕੀ ਹੁੰਦਾ ਸੀਗਾ, ਸੀਸੈਟ ਦਾ ਪੇਪਰ ਇਦਾਂ ਦਾ ਹੁੰਦਾ ਸੀਗਾ ਕਿ ਕੈਂਡੀਡੇਟਸ 180, 185 ਨੰਬਰ, 190 ਵੀ ਲੈ ਜਾਂਦੇ ਸੀ 200 ਦੇ ਵਿੱਚੋਂ, ਐਂਡ ਆਲ ਦੇ ਹੈਵ ਟੂ ਸਕੋਰ ਜਸਟ 40 to 45 ਕੁਐਸਚਨ ਇਨ GS, ਠੀਕ ਹੈ। 40 ਤੋਂ 42 ਸਹੀ ਕੀਤੇ ਤਾਂ ਪ੍ਰੀ ਕਲੀਅਰ ਹੋ ਜਾਂਦਾ ਸੀ, ਠੀਕ ਹੈ। ਬਟ 2021 ਦੇ ਵਿੱਚ ਜਿਹੜਾ ਪ੍ਰੀ ਆਇਆ, ਠੀਕ ਹੈ, ਉਹਦੇ ਵਿੱਚ GS ਪ੍ਰੋਪਰ ਆਈ, ਜੋ ਇੱਕ GS ਜਿਹਨੂੰ ਆਪਾਂ ਕਹਿੰਦੇ, ਨਾਟ ਅ GK, ਜਨਰਲ ਸਟੱਡੀਜ਼, ਠੀਕ ਹੈ, ਪ੍ਰੋਪਰ GS ਆਈ। ਐਂਡ ਜਿਹੜਾ ਸੀਸੈਟ ਦਾ ਪੇਪਰ ਸੀਗਾ ਉਹਦੇ ਵਿੱਚ ਕੀ ਹੋਇਆ, ਪੈਟਰਨ ਇਦਾਂ ਡਰਾਸਟਿਕਲੀ ਚੇਂਜ ਹੋਇਆ ਕਿ ਉਹ ਜੋ ਪੈਟਰਨ ਚੇਂਜ ਹੋਇਆ, ਵੀ ਵਿਲ ਡੂ ਦੈਟ ਇਨ ਸੀਸੈਟ ਪੋਰਸ਼ਨ, ਠੀਕ ਹੈ। ਉਹ ਕਿਵੇਂ ਚੇਂਜ ਹੋਇਆ, ਇਹ ਸੀਸੈਟ ਦਾ ਪੇਪਰ ਹੈ, ਠੀਕ ਹੈ, ਜਿਹਦੇ ਵਿੱਚੋਂ ਕੀ ਹੈ ਤੁਹਾਡਾ 80 ਕੁਐਸਚਨ ਆਉਂਦੇ ਨੇ, 2.5 ਨੰਬਰ ਦਾ, 200 ਨੰਬਰ ਦਾ ਪੇਪਰ ਹੋ ਜਾਊਗਾ, ਠੀਕ ਹੈ। ਉਹ ਫਿਰ ਆਉਂਦਾ ਮੇਨਸ, ਠੀਕ ਹੈ। ਮੇਨਸ ਦੇ ਵਿੱਚ ਸਭ ਤੋਂ ਪਹਿਲਾ ਪੇਪਰ ਇੰਗਲਿਸ਼ 100 ਨੰਬਰ ਦਾ ਪੇਪਰ, ਕੰਪਰੀਹੈਂਸ਼ਨ, ਦੱਸੋ ਜੀ ਸਿਲੇਬਸ, ਪ੍ਰੈਸ ਰਾਈਟਿੰਗ, ਲੈਟਰ ਰਾਈਟਿੰਗ, ਐਸੇ ਰਾਈਟਿੰਗ, ਠੀਕ ਹੈ। ਤੇ